ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। कबीर बिरहो पैंगम मन वसे, मंत न मन को राम वियोगी ना जिए। जिए तां बौरा होए सतगुर। सतगुर तेरे रस्ते अंदर ऐ दिल फर्श बिछावा। सोने चरण तुसां दा जोड़ा। ए दोए नैन बनावा अखां विच सफैदी आई। तकदियां राह तेरा एक अरजोई सुन ले मेरी। कदे पादासां वल फेरा पंथ निहारे कम नी। लोचन भरी ले उसासा उर न पिजे पग न खिसे। हर दर्शन की आशा। दीद खैर मेरे सतगुर पावो दीद खैर मेरे सतगुर।
ਦਰ ਤੇ ਆਏ ਸਵਾਲੀ ਨੂੰ ਪਾਵੋ ਦੀਦ ਖੈਰ ਮੇਰੇ ਸਤਿਗੁਰ। ਦਰ ਤੇ ਆਏ ਸਵਾਲੀ ਨੂੰ ਪਾਵੋ ਦੀਦ ਖੈਰ ਮੇਰੇ ਸਤਿਗੁਰ। ਦਰ ਤੇ ਆਏ ਪਾਵੋ ਦੀਦ ਖੈਰ ਮੇਰੇ ਸਤਿਗੁਰੂ। ਆਏ ਸਵਾਲੀ ਨੂੰ ਪਾਵੋ ਦੀਦ ਖੈਰ ਮੇਰੇ ਸਤਿਗੁਰੂ। ਦਰ ਤੇ ਆਏ ਸਵਾਲੀ ਨੂੰ, ਦਰ ਤੇ ਆਏ ਸਵਾਲੀ ਨੂੰ ਪਾਵੋ ਦੀਦ ਖੈਰ ਮੇਰੇ ਸਤਿਗੁਰ। ਦਰ ਤੇ ਆਏ ਸਵਾਲੀ ਨੂੰ ਪਾਵੋ ਦੀਦ ਖੈਰ ਮੇਰੇ ਸਤਿਗੁਰ। ਦਰ ਤੇ ਆਏ ਸਵਾਲੀ ਨੂੰ ਪਾਵੋ ਦੀਦ ਖੈਰ ਮੇਰੇ ਸਤਿਗੁਰ। ਆਏ ਸਵਾਲੀ ਨੂੰ, ਦਰ ਤੇ ਆਏ ਸਵਾਲੀ ਨੂੰ, ਦਰ ਤੇ ਆਏ ਸਵਾਲੀ ਨੂੰ, ਦਰ ਤੇ ਆਏ ਸਵਾਲੀ, ਦਰ ਤੇ ਆਏ ਸਵਾਲੀ ਨੂੰ, 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 ਦਰ ਤੇ ਆਏ ਸਵਾਲੀ ਨੂੰ। ਪਾਵੋ ਦੀਦ ਖੈਰ ਮੇਰੇ ਸਤਿਗੁਰ। ਦਰ ਤੇ ਆਏ ਸਵਾਲੀ ਨੂੰ ਪਾਵੋ ਦੀਦ ਖੈਰ ਮੇਰੇ ਸਤਿਗੁਰ। ਦਰ ਤੇ ਆਏ ਸਵਾਲੀ ਨੂੰ ਪਾਵੋ ਦੀਦ ਖੈਰ ਮੇਰੇ ਸਤਿਗੁਰ। ਦਰ ਤੇ ਆਏ ਦਰਸ਼ਨ ਨੂੰ ਅੱਖੀਆਂ ਤਰਸ ਰਹੀਆਂ, 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 ਤਰਸ ਰਹੀਆਂ ਇਹ ਬਰਸ ਰਹੀਆਂ, ਤਰਸ ਰਹੀਆਂ ਇਹ ਬਰਸ ਰਹੀਆਂ, ਦਰਸ਼ਨ ਨੂੰ ਅੱਖੀਆਂ ਤਰਸ ਰਹੀਆਂ, ਦਰਸ਼ਨ ਨੂੰ ਅੱਖੀਆਂ ਤਰਸ ਰਹੀਆਂ, ਤਰਸ ਰਹੀਆਂ ਇਹ ਬਰਸ ਰਹੀਆਂ, ਦਰਸ਼ਨ ਨੂੰ ਅੱਖੀਆਂ ਤਰਸ ਰਹੀਆਂ, ਦਰਸ਼ਨ ਨੂੰ ਅੱਖੀਆਂ ਤਰਸ ਰਹੀਆਂ, ਤਰਸ ਰਹੀਆਂ ਇਹ ਬਰਸ ਰਹੀਆਂ, ਦਰਸ਼ਨ ਨੂੰ ਅੱਖੀਆਂ ਤਰਸ ਰਹੀਆਂ, ਹਾਂਜੀ ਤਰਸ ਰਹੀਆਂ ਇਹ ਬਰਸ ਰਹੀਆਂ, ਤਰਸ ਰਹੀਆਂ ਇਹ ਬਰਸ ਰਹੀਆਂ, ਦਰਸ਼ਨ ਨੂੰ ਅੱਖੀਆਂ, ਦਰਸ਼ਨ ਨੂੰ ਅੱਖੀਆਂ ਤਰਸ ਰਹੀਆਂ, ਤਰਸ ਰਹੀਆਂ ਵੇ ਬਰਸ ਰਹੀਆਂ, ਦਰਸ਼ਨ ਨੂੰ ਅੱਖੀਆਂ ਤਰਸ ਰਹੀਆਂ, ਦਰਸ਼ਨ ਨੂੰ ਅੱਖੀਆਂ ਤਰਸ ਰਹੀਆਂ, ਤਰਸ ਰਹੀਆਂ ਵੇ ਬਰਸ ਰਹੀਆਂ, ਦਰਸ਼ਨ ਨੂੰ ਅੱਖੀਆਂ ਤਰਸ ਰਹੀਆਂ, ਦਰਸ਼ਨ ਨੂੰ ਅੱਖੀਆਂ ਤਰਸ ਰਹੀਆਂ।
पंथ निहारे कमनी लोचन भरी ले उसासा और ना पिजे पग ना खिसे हर दर्शन की आशा उड़हो ना काका कार बेग मलीजे अपने राम प्यार कहो कबीर जीवन पद कारण हर की भगत करीजै एक आधार नाम नारायण रसना राम रवीजै कहो कबीर जीवन पद कारण हर की भगत करीजै वाहेगुरु वाहेगुरु बेनती सारे जपो कोई वांझा ना रवे अखा बंद कर लो चौंकड़े लाओ रल के जपीए कोई वांझा ना रवे जपो जपो जी वाहेगुरु जपो जपो वाहेगुरु 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 जपो जपो जी हरे कोई वांझा न रवे वाहेगुरु 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 हाजरी लवाओ वाहेगुरु 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 Vaiguru, 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 Vaiguru,
ਵਾਹਿਗੁਰੂ 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 ਸਤਿਗੁਰ ਦਾ ਕਰਨਾ ਜੇ ਦੀਦਾਰ ਸਤਿਗੁਰ ਦਾ ਕਰਨਾ ਜੇ ਦੀਦਾਰ ਅੰਦਰ ਮਾਰੋ ਜਾਤੀ 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 ਬੋਲੋ ਸਤਿਗੁਰ ਦਾ ਕਰਨਾ ਦੀਦਾਰ ਅੰਦਰ ਮਾਰੋ ਜਾਤੀ ਸਤਿਗੁਰ ਦਾ ਕਰਨਾ ਜੇ ਦੀਦਾਰ ਅੰਦਰ ਮਾਰੋ ਜਾਤੀ ਸਤਿਗੁਰ ਦਾ ਕਰਨਾ ਜੇ ਦੀਦਾਰ ਅੰਦਰ ਮਾਰੋ ਜਾਤੀ ਜਾ ਜਾ ਕੇ ਤੀਰਥ ਨਾਵੇਂ ਪੜ ਪੜ ਕੇ ਮਾਨ ਵਧਾਵੇਂ ਜਾ ਜਾ ਕੇ ਤੀਰਥ ਨਾਵੇਂ ਪੜ ਪੜ ਕੇ ਮਾਨ ਵਧਾਵੇ ਜਾ ਜਾ ਕੇ ਤੀਰਥ ਨਾਵੇਂ ਪੜ ਪੜ ਕੇ ਮਾਨ ਵਧਾਵੇ ਐਵੇਂ ਕਿਉਂ ਹੋਇਆ ਖਜਲ ਖਵਾਰ ਅੰਦਰ ਮਾਰੋ ਜਾਤੀ ਸਤਿਗੁਰ ਦਾ ਕਰਨਾ ਜੇ ਦੀਦਾਰ 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 ਅੰਦਰ ਮਾਰੋ ਜਾਤੀ ਸਤਿਗੁਰ ਨੂੰ ਕੋਲ ਬਿਠਾ ਕੇ ਲੱਭਦਾ ਕਿਉਂ ਬਾਹਰ ਜਾ ਕੇ ਸਤਿਗੁਰ ਨੂੰ ਕੋਲ ਬਿਠਾ ਕੇ ਲੱਭਦਾ ਕਿਉਂ ਬਾਹਰ ਜਾ ਕੇ ਸਤਿਗੁਰ ਨੂੰ ਕੋਲ ਬਿਠਾ ਕੇ ਲੱਭਦਾ ਕਿਉਂ ਬਾਹਰ ਜਾ ਕੇ ਐਵੇਂ ਨਾ ਥਾਂ ਥਾਂ ਟਕਰਾ ਮਾਰ ਅੰਦਰ ਮਾਰੋ ਜਾਤੀ ਸਤਿਗੁਰ ਦਾ ਕਰਨਾ ਜੇ ਦੀਦਾਰ 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 ਅੰਦਰ ਮਾਰੋ ਜਾਤੀ ਵਾਹਿਗੁਰੂ 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 ਸਾਰੇ ਜਪੋ ਬੇਨਤੀ ਹੈ ਸਾਰੇ ਬੋਲੋ ਸਾਰੀ ਸੰਗਤ ਵਾਹਿਗੁਰੂ 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 ਸਾਰੇ ਜੁੜੀਏ ਵਾਹ 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 ਭਾਈ ਵਾਹ ਸਾਰੇ
ਵਾਹਿਗੁਰੂ 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 ਸਾਰੀ ਸੰਗਤ ਵਾਹਿਗੁਰੂ 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 ਸੰਗਤ ਬੋਲੋ ਵਾਹਿਗੁਰੂ 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 ਤਾਰੋ ਸਤਿਗੁਰ ਤਾਰੋ ਸਾਨੂੰ ਤਾਰੋ ਜੀ ਤਾਰੋ ਬਾਬਾ ਤਾਰੋ ਜੀ ਸਾਨੂੰ ਪਾਪੀਆਂ ਨੂੰ ਤਾਰੋ ਤਾਰੋ ਸਤਿਗੁਰ ਤਾਰੋ ਸਾਨੂੰ ਤਾਰੋ ਜੀ ਸਾਨੂੰ ਪਾਪੀਆਂ ਨੂੰ ਤਾਰੋ ਤਾਰੋ ਬਾਬਾ ਤਾਰੋ ਜੀ ਸਾਨੂੰ ਪਾਪੀਆਂ ਨੂੰ ਤਾਰੋ ਤਾਰੋ ਬਾਬਾ ਤਾਰੋ ਜੀ ਸਾਨੂੰ ਪਾਪੀਆਂ ਨੂੰ ਤਾਰੋ ਹਾਂਜੀ ਤਾਰੋ ਸਤਿਗੁਰ ਤਾਰੋ ਬਾਬਾ ਤਾਰੋ ਜੀ ਸਾਨੂੰ ਪਾਪੀਆਂ ਨੂੰ ਤਾਰੋ ਤਾਰੋ ਸਤਿਗੁਰ ਤਾਰੋ ਜੀ ਸਾਨੂੰ ਪਾਪੀਆਂ ਨੂੰ ਤਾਰੋ ਤਾਰੋ ਬਾਬਾ ਤਾਰੋ ਜੀ ਸਾਨੂੰ ਪਾਪੀਆਂ ਨੂੰ ਤਾਰੋ ਤਾਰੋ ਸਤਿਗੁਰ ਤਾਰੋ ਜੀ ਸਾਨੂੰ ਪਾਪੀਆਂ ਨੂੰ ਤਾਰੋ ਤਾਰੋ ਬਾਬਾ ਤਾਰੋ ਜੀ ਸਾਨੂੰ ਪਾਪੀਆਂ ਨੂੰ ਤਾਰੋ
ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ गुरु प्यारे गुरु सवारे गुरु का खास रूप गुरु खालसा साध संगत जी रसना पवित्र करो सतगुरु जी की बख्शिश दोहराओ प्यार नाल फतेह बुलाओ कोई रसना वांझी ना रवे दोबारा ना कहना पवे गज के आखो जी वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह। सतगुरु जी ने महान बख्शिश की है साडे सारियां उत्ते बहुत वड्डी गिणती विच सतगुरु दे पावन चरनां विच हाजरी भरन वास्ते पूरी दिल्ली चों नेड़े नेड़े इलाकियां चों संगत सतगुरु दे चरनां विच आ रही है। तो मैं रात भी अर्ज कीती सी कि शनि ऐतवार होवे ते काफ़ी सौखा हुंदा है संगत नूं आउणा। सारे ही सारा दिन काम करके मेहनत करके आए ने, सवेरे फिर कम्मां ते जाना है, पर भागां वाले ने जो कम्मां नूं पिछे छड्दियां होया काम भी कीते ने, मेहनत भी कीती है, सवेरे भी जाना है, पर हुण भी सतगुर दे चरनां विच हाज़र होए जिन्हां ने यह समझिया है कि सारियां नालों जरूरी काम है अवर काज तेरे किते ना काम मिल साध संगत भज केवल नाम। आ साडा असली काम जेड़े इस गल नूं समझदे ने, सफर की परवाह ना करदियां, पैंडे की परवाह ना करदियां, नींद की परवाह ना करदियां सतगुरु जी के पावन चरनां विच हाज़र हो रहे। पंडाल तकरीबन भरिया होया है, अजे संगत आ काफ़ी रही है। आउण वालियां नूं बेनती है कि जरा छेती छेती सतगुरु के चरनां विच नतमस्तक होवो, जिथे जिथे जगह मिलती है प्यार नाल सजो, ताई पूरा पूरा लाहा लिया जा सकता है अगर मन बिरतियां नूं एकाग्र करके बैठिया जाए। रही वास्ते घत समय ने एक न मन्नी, फड़ फड़ रही तरीक समय खिसकाई करनी। समा अपनी रफ्तार तुरिया जांदा, किसी की लिहाज नहीं करता। इस समय नूं सफल करने वाले ही सूरमे ने। ट्रेन विच बैठे महापुरख संत बाबा अतर सिंह जी मस्तवाणा साहिब वाले, सामने 5-4 नौजवान बैठे ताश खेडदे सी ते महापुरखां ने वेखिया। एक बारी ख्याल आया रोकीए, फिर सोचिया आपे हट जाणगे। उन्हां ने नेत्र बंद कर लए, इंजन की आवाज़ टक टक दी आउंदी है, उहदे नाल ही सिमरन शुरू कर दिता। जिवें जिवें वो गड्डी की आवाज़ आउंदी नाल नाल वाहिगुरू वाहिगुरू, उहदे नाल ही ध्यान जुड़ गया, सिमरन शुरू हो गया। सिमरन पहला बोल बोल के करना पैंदा, जिवें आपां सारे गल बोल रहे सा संगत विच। एक आधार नाम नारायण रसना राम रवीजै, रसना द्वारा ही जपिया जाता। शुरुआत इदां ही हुंदी है, सा रसना धन धन है मेरी जिंदड़ीए, गुण गावे हर प्रभ केरे राम। जीव द्वारा ही शुरू करीदा है, फिर अपने आप बोलना बंद हो जाता है, फिर सिमरन करना नहीं पैंदा, सिमरन चल पैंदा है। हुण इहदे वास्ते समा जरूर लगता है, टाइम जरूर लगता है, हौली 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 अगे वधिया जांदा है। सारी सारी जिंदगी कई तो एकांत ही लभदे फिरदे रहिंदे ने, कदों मेरे को टाइम मिले तो मैं बैठा। बहुता गल्लां बातां करके लोगां नाल राजी नहीं हुंदे। मैं महापुरखां नूं वेखिया जिन्हां दी संगत कीती है, साडी कोई कमाई जप तप नहीं, पर हाँ जिन्हां दा सिर ते हथ है वो जरूर बड़े जपी तपी सन। सत श्री अकाल। संगत जी मैं कल एक अर्ज बार बार करता रहा,
गुरमतीए होना ये बड़ा जरूरी है। गुरु की मत बहुत सारे इदां दे साधुआं नूं भी अज वेखने आ कि उत्थे भी शरीरक पूजा ही ज़्यादा होंदी, शख्सी पूजा, गुरु की गल घट होंदी। इदां दे साधु गुरमतीए, गुरमत मुख होनी चाहिए। सत्कार ते साधुआं दा भी है, महापुरखां दा भी है, करदे भी है, पर जिन्हां दी संगत कीती है ना वो गुरमतीए महापुरख सन। ते मैं उन्हां नूं वेखदा रहा, उन्हां ने सारी जिंदगी किते रात का प्रोग्राम नहीं दिता। उन्हां नूं कहना दीवान दिओ, रात दिओ, उन्होंने कहना ना, रात तुहाडे कोल जावांगे 10-11 बज जाणगे, फिर सफ़र करके आवांगे 2 बजे, तो फिर गल ही नहीं बननी, नितनेम किद्दां बनेगा। उन्हां दा सिस्टम इस, उन्होंने किते रात के प्रोग्राम नहीं दिते। फिर उन्होंने पटियाले की संगत ने बहुता बेनती की, फिर वो 7 दीवान रात दे दिंदे सी साल बाद, पर उन्होंने कहते तां आवांगे, पहला जगह बनाओ रहन वास्ते, भी उत्थे ही रुकांगे। उन्होंने फिर धरती विच टोआ पुट के एक भोरा बनाया, बिल्कुल पंडाल दे लागे, भी सफ़र नहीं होना चाहिए, उत्थे नेड़े जगह खरीदो। जगह खरीदी गई, उत्थे बनाया, हुण भी बनया होया है। 9:30 बजे समाप्ति कर देंदे सी, 11:45 अंदर चले जाते सी, 11:45 ते 12:30 उन्हां दा नेम सी, 1 मिनट लेट नहीं होए सारी जिंदगी। 12:30 इशनान, 12:30 तो लैके 6:30 बजे तक अभ्यास करते रोज। सेवादार जिहड़ा जल पानी छकांदा सी वो हुण साडे कोल भी रहा, दसदा है, कहंदे 6:30 बजे मैं जदों चाह लैके जांदा सी उदों फिर इदां हथ ला के उठाउणा बुलाउणा पैंदा सी, उत्थे बैठे हुंदे सी, फिर चाह छक के फिर बैठ जांदे सी। किसे कोल उन्हां दी इन्नियां कैसटां रिकॉर्ड ने, कदे नहीं कहा भी मैं इदां सिमरन करदा जां कोई बख्शिश है, आप नहीं कहा, कदे नहीं। पर एक दिन सेवादार दे कोले उन्हां ने बचन कीता, कहंदे पता नहीं लोग ये गल किदां कहिंदे आ कि सवास 10वें द्वार चढ़ते नहीं, चढ़ते नहीं, कहंदे मैं ते रोक रोक रखना, अखां बंद करना, सवास चढ़ जांदे अभ्यास कर करके। ते ये भी गल मैं अर्ज कीती है, 18 साल लगे उन्होंने टिब्बियां च जा जा के रेत ते बहना, पसीने नाल जगह गिल्ली हो जाती सी, फिर होर थां बदल लैनी, ऐदां अभ्यास कीता। 18 साल लगे, फिर जाके वो श्वास जिन्हों योगी लोग रुद्राक्ष नाड़ी विच प्रवेश होना कहिंदे ने, सिख धर्म विच असीं 10वें द्वार विच प्रवेश होना कहिंदे आ। शरीर दी सुध बुध भुल जानी, डॉक्टर उस नाड़ी नूं मैडिसन नाल बंद कर देंदे ने, दवाई नाल बंद कर देंदे ने। तुहाडे सामने ऑपरेशन हो रहा है, ऑपरेशन हो रहा है, चीर फाड़ हो रहा है, पर दर्द नहीं हो रहा। की कीता डॉक्टरां ने? डॉक्टरां ने दवाई नाल, इंजैक्शन नाल वो नाड़ी बंद कर दी है, ब्लॉक कर दी है। उस नाड़ी में जदों दवाई जाती है वो नाड़ी ब्लॉक हो जाती है, शरीर दे ऑपरेशन हो रहा है, कट्टिया जा रहा है, पता ही नहीं लगता। बस ये समझ लो भी अभ्यासियों को सिमरन की ऐसी दवाई है, जदों अभ्यास करते हैं श्वास उस नाड़ी च प्रवेश करते हैं ना जदों, तो शरीर वो नाड़ी ब्लॉक हो जाती, शरीर की सुध बुध भुल जाती। फिर भावें खोपर ला दो, भावें चरखड़ी ते चाड़ दो, भावें देगां च काढ़ दो, फिर पता नहीं लगेगा। जेड़े जिवें हुण मैडिसन नाल तुसीं दवाई लो, जे दवाई नाल तेरा पेट चीरिया जा रहा है, तेरे सामने हो रहा है, इस दवाई च इन्नी ताकत है, वो तो फिर मेरा वैद गुरु गोविंदा हर हर नाम औखद मुख देवे, घट है जम की फंदा। उस दवाई च इन्नी ताकत है, उस सिमरन च इन्नी ताकत है कि शरीर नूं जो मर्जी होई जाए पता नहीं लगेगा। वो नाड़ी नूं बंद कर देना, ये वास्ते 18 साल उन्होंने लगे। फिर जाके श्वास 10वें द्वार विच प्रवेश होने शुरू होए। फिर जुगती पुछ पुछ के कई इदां दे भी वेखे आ, श्वास चढ़ा लेंदे, इन्होंने उतारने नहीं आउंदे। ये भी थोड़ी जी जेड़े अभ्यासी पुरुष ने उन्हां कोल बैठ बैठ के जुगती पुछनी चाहिए। दूजी गल, अज दे समय च इदां दे लोग मिलदे नहीं।
मिलते ने वो दसदे नहीं, क्योंकि जग्यासू सारे नहीं ना हुंदे, मिलते ही नहीं जेड़े इदां दस्सण भी इदां कर हुण इदां कर हुण इदां कर। उहदे वास्ते सब नालों सौखा साडे सतगुरु धन श्री गुरु ग्रंथ साहिब, जिन्हां विच नाम दीयां इन्नियां जुगतियां ने, इन्ने तरीके ने। मैं गुरु ग्रंथ साहिब जी की बाणी नूं आपां वेखने आ, ये पहली वाले नूं भी पढ़ाते हैं, MA वाले नूं भी पढ़ाते हैं, PhD भी कराते हैं, हरेक तरह का बचन है। एक एक शब्द विच पहली वाले नूं भी पढ़ा जाणगे, MA वाले नूं भी पढ़ा जाणगे, इदां दे शब्द ने। अभ्यासी जिहड़े गुरसिख हन वो सहज पाठ रखण, बाणी पढ़ो ते नाल नाल अरदास जरूर करो, महाराज हुण अगे, ते तुसीं हैरान होवोगे कि समझ भी आएगी ते दसणगे भी इदां कर, हुण इदां कर, हुण इदां कर, हुण इदां कर। धन श्री गुरु ग्रंथ साहिब सच्चे पातशाह साडे अध्यात्मक गुरु ने। ये कोई ये नहीं कि महाराज का विचाले प्रकाश किया ते लावां कराउण लई ने भी आनंद कारज कराते, मर गया ते भोग पवा लिया, इन्हां कम्मां लई। ये ठीक है भी है, पर असली जिहड़ी बख्शिश सी ओह ते असीं करांदे ही नहीं। गुरु ग्रंथ साहिब दे विच इन्नियां जुगतियां नाम जपण वालियां वास्ते ने, अभ्यास करन वालियां वास्ते ने। अभ्यासी जिहड़े हन ਉਹ नाल सिमरन करन ते नाल सहज पाठ रखण। साडे महापुरखां ने कहना भाई वध तो वध बाणी पढ़िया करो। वध तो वध बाणी पढ़नी इदां है जिवें दुध रिड़कना। ते मक्खण है जिहड़ा, नाम है जिहड़ा, ये तत्त है मक्खण, ते बिना दुध रिड़के तो मक्खण नहीं मिलना, बिना बाणी पढ़े तो नाम नहीं मिल सकता। बाणी ने मन वैरागी करना है, बाणी ने मन बनाना है, बाणी ने भुख लानी है, फिर नाम का रस आएगा। वध तो वध बाणी का अभ्यास करना चाहिए। जिन्ना वध तो वध बाणी पढ़ोगे उन्ना मन वैरागी होएगा। प्यारिओ, बहुत सारे लेख अज शब्द हैं, बहुत सारे अजकल लोगों का सुभाव इदां दा हो गया, ना करना है ना करन देना। मैं तो बेनती बड़ी बारी की भी जिन्नू ज्यादा सुनता है ये चेता रखी, वो तेरे सिर चढ़ के बोलेगा। जिन्नू ज्यादा पढ़ना है वो तेरे सिर चढ़ के बोलेगा। मैं इदां दे लोग भी वेखे ने जिहड़े मस्कीन जी नूं सुनते रहे, पग भी उन्हां वर्गी कर लैंदे सी। बस आपे ही जिन्नू ज्यादा वेखना है, जिहदे बारे जिन्नू तुसीं सुनते रहोगे उहदे शब्द तुहाडी जुबान च आउणे शुरू हो जाणगे, स्टाइल आना शुरू हो जाए। जिन्नू ज्यादा सुनोगे वो तुहाडे सिर चढ़ के बोलेगा। जिन्नू ज्यादा पढ़ोगे, जिस लिखारी दीयां लिखतां ज्यादा पढ़दे हो ਉਹਦਾ असर मन उत्ते हो जाता है। पढ़ना भी तो संगत करनी ही हुंदा है। किसी नूं पढ़ो ਉਹਦੀ संगत ही कर रहे हो ਉਹਦੇ कोल बह के। ते हुण ਇਹ गल जरूरी बन जाती है कि जिन्नू पढ़ रहे हो, जिन्नू सुन रहे हो, वो किदां दा है ये पहलां वेखो, फिर क्योंकि असीं उदां दे बन जाना है। ना चाहुंदिआं भी साडे ते उन्हां दा असर होएगा। जिन्हां नूं असीं ज़्यादा पढ़ने आ, जिन्हां नूं असीं ज़्यादा सुनने, ये बहुत ध्यान देने वाली गल है। ते अजकल जिहड़े लेख छपदे ने असीं पढ़ी जाने हैं, चलो पढ़ लो जी आ की लिखिया, वो आम लिखिया हुंदा है कि तोता रटण दा की फायदा, वाहिगुरू वाहिगुरू। एक जपजी साहब पढ़ लो, तुसीं 10 क्यों पढ़दे हो? एक चौपाई साहब पढ़ लो, तुसीं 20 पाठ चौपाई दे क्यों करदे हो? तुहाडे दिल्ली दे विच आम करके इदां दी कथा आम हुंदी है। आम ये गल कही जाती भी कोई जपजी साहब उन्होंने मुड़ मुड़ पढ़ने का की फायदा है? फायदा है ये तो तुसी पढ़ के वेखो, फिर पता लगेगा। सिर्फ आ गल नूं इत्थे ना छड्डो, जिहड़ी गल मैं कर रहा उन्ना चिर समझ पै ही नहीं सकती, कई गल्लां दा पता लग ही नहीं सकता जिन्ना चिर करिए ना। तुसी 11 पाठ चौपाई साहब दे 10 दिन 15 दिन करके वेखो, फिर महसूस होएगा भी मन नूं कुछ रस मिलिया कि नहीं मिले। जपजी साहब दे महीना 2 महीने पाठ करके फिर गल करो, ऐदा ही ना करो। असी मेहनत करके वेखदे नहीं, उस राह ते चल के वेखीए फिर पता लगता है। असी अज तक पढ़ते सुनते आए हैं कि महापुरख बाबा अतर सिंह जी ने 1.25 लाख जपजी साहब का पाठ हजूर साहब की धरती ते कीता, ते प्रतख कलगियां वाले आए सी दर्शन देण वास्ते, मेहर की। महाराज सच्चे पातशाह दे प्रतख दर्शन होए, सामने आके खलोते। बाबा निधान सिंह जी जिन्हां ने लंगर लाया, हजूर साहब हुण भी देसी घ्यो च सारा लंगर बनदा है।
ਵੇਖੋ ਉੱਥੇ ਕਿੰਨੀ ਸੰਗਤ ਰੋਜ਼ ਹਾਜ਼ਰੀ ਭਰਦੀ ਹੈ। ਤੇ ਮਹਾਂਪੁਰਖ ਬਾਬਾ ਨਿਧਾਨ ਸਿੰਘ ਜੀ ਵੀ ਮੁੜ ਕੇ ਆਉਣ ਲੱਗੇ ਸੀ। ਉਧਰਲੇ ਲੋਕ ਤੰਗ ਕਰਦੇ ਸੀ, ਕਹਿੰਦੇ ਮੈਂ ਨਹੀਂ ਲੰਗਰ ਲਾ ਸਕਦਾ, ਸਟੇਸ਼ਨ ਤੇ ਬੈਠੇ ਸੀ, ਚੱਲੀਏ ਵਾਪਸ। ਕਲਗੀਧਰ ਜੀ ਨੇ ਮੋਢੇ ਤੇ ਹੱਥ ਰੱਖਿਆ ਆ ਕੇ, ਨਿਧਾਨ ਸਿੰਘ ਕਿੱਧਰ ਚੱਲਿਆ? ਮੈਂ ਨਹੀਂ ਜੀ ਰਹਿਣਾ, ਦਿਲ ਕਰਦਾ ਸੀ ਲੰਗਰ ਲਾਵਾਂਗਾ, ਇੱਥੇ ਕਿੱਥੇ, ਇਹ ਤੇ ਕੰਮ ਹੀ ਬੜਾ ਔਖਾ। ਤੇ ਕਲਗੀਆਂ ਵਾਲੇ ਆਖਣ ਲੱਗੇ ਫਿਕਰ ਨਾ ਕਰ, ਲਾ ਲੰਗਰ ਜਾ ਕੇ। ਤੇ ਮੱਥਾ ਟੇਕ ਕੇ ਚਰਨਾਂ ਤੇ ਆਖਿਆ ਗਰੀਬ ਨਵਾਜ਼ ਲੰਗਰ ਲੱਗੇਗਾ ਕਿੱਦਾਂ, ਇੱਥੇ ਤੇ ਬੜਾ ਤੰਗ ਕਰਦੇ ਨੇ ਲੋਕ। ਕਹਿੰਦੇ ਫਿਕਰ ਨਾ ਕਰ, ਆਏਗਾ ਸਾਰਾ ਕੁਝ। ਕਿੱਥੋਂ? ਕਹਿੰਦੇ ਸਭ ਕੁਝ ਆਏਗਾ, ਖੀਸਾ ਮੇਰਾ ਹੋਏਗਾ, ਹੱਥ ਤੇਰਾ ਹੋਏਗਾ। ਇਹ ਬਚਨ ਕੀਤਾ, ਖੀਸਾ ਮੇਰਾ ਹੱਥ ਤੇਰਾ, ਜੋ ਮਰਜ਼ੀ ਕੱਢਦਾ ਰਹੀਂ, ਜੋ ਮਰਜ਼ੀ ਵਰਤਦਾ ਰਹੀਂ, ਤੈਨੂੰ ਕਦੇ ਕਿਸੇ ਗੱਲ ਦੀ ਕਮੀ ਨਹੀਂ ਆਏਗੀ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਲਖਮੀ ਟੋਟ ਨਾ ਆਵਈ, ਖਾਏ ਖਰਚ ਰਹੰਦਾ, ਲੱਖ 84 ਮੇਦਨੀ ਸਭ ਸੇਵ ਕਰੰਦਾ। ਜਿੱਥੇ ਸਤਿਗੁਰੂ ਦੀ ਖੁਸ਼ੀ ਹੋ ਜਾਏ, ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀਐ, ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ, ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ, ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ, ਸਤਿਗੁਰ ਹੋਏ ਦਇਆਲ ਤਾਂ ਨਵ ਨਿਤ ਪਾਈਐ, ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਐ। ਆ ਬਚਨ ਜਿਹੜੇ ਆਪਾਂ ਪੜ੍ਹੇ ਨੇ ਨਾ, ਸਤਿਗੁਰ ਹੋਏ ਦਇਆਲ ਤਾਂ ਨਵ ਨਿਤ ਪਾਈਐ। ਜਦੋਂ ਗੁਰੂ ਦਿਆਲ ਹੋ ਜਾਂਦਾ, 9 ਨਿਧੀਆਂ ਆਪੇ ਹੀ ਮਗਰ ਮਗਰ ਆ ਜਾਂਦੀਆਂ ਨੇ, ਮੰਗਣਾ ਨਹੀਂ ਪੈਂਦਾ। ਸਤਿਗੁਰੂ ਦੀ ਜਿੱਥੇ ਖੁਸ਼ੀ ਹੈ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਮਾਇਆ ਤੇ ਉਹਨਾਂ ਦੀ ਦਾਸੀ ਬਣ ਜਾਂਦੀ ਹੈ, ਉਹਨਾਂ ਨੂੰ ਮੰਗਣੀ ਨਹੀਂ ਪੈਂਦੀ, ਆਪਣੇ ਆਪ ਮਾਇਆ ਉਹਨਾਂ ਦੇ ਮਗਰ ਮਗਰ ਫਿਰਦੀ ਹੈ। ਇੱਕ ਆਪਾਂ ਹੋਰ ਬਚਨ ਪੜ੍ਹਿਆ ਇਹਦੇ ਵਿੱਚ, ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ। ਇਹਦਾ ਮਤਲਬ ਵੇਖੋ, ਦੁੱਖ ਨਾ ਜਾਣੀਐ, ਦੁੱਖ ਆਉਂਦਾ ਹੈ, ਇਹ ਨਹੀਂ ਲਿਖਿਆ ਵੀ ਦੁੱਖ ਆਉਂਦਾ ਹੀ ਨਹੀਂ, ਦੁੱਖ ਆਉਂਦਾ ਜ਼ਰੂਰ ਹੈ, ਪਰ ਜਿਨ੍ਹਾਂ ਤੇ ਗੁਰੂ ਦਿਆਲ ਹੋ ਜਾ ਉਹ ਜਾਣਦੇ ਕੁਛ ਨਹੀਂ, ਦੁੱਖ ਸਮਝਦੇ ਕੁਛ। ਉਹਨਾਂ ਵਾਸਤੇ ਵੱਡੀਆਂ ਵੱਡੀਆਂ ਭੀੜਾਂ ਵੀ ਪੈ ਜਾਂਦੀਆਂ ਨੇ, ਵੱਡੀਆਂ ਵੱਡੀਆਂ ਮੁਸ਼ਕਲਾਂ ਵੀ ਆ ਜਾਂਦੀਆਂ ਨੇ, ਉਹਨਾਂ ਨੂੰ ਪਤਾ ਹੁੰਦਾ ਕਿ ਲੰਘ ਜਾਣਗੀਆਂ। ਦੁੱਖ ਸੁੱਖ ਤੇ ਜ਼ਿੰਦਗੀ 'ਚ ਚੱਲਦੇ ਆਏ, ਉਤਰਾ ਚੜਾਅ ਹੁੰਦੇ ਰਹਿੰਦੇ ਨੇ। ਹੁਣ ਮੈਂ ਜਿਹੜੀ ਬੇਨਤੀ ਕਰ ਰਿਹਾ ਕਿ ਜਦੋਂ 1.25 ਲੱਖ ਜਪਜੀ ਸਾਹਿਬ ਦਾ ਪਾਠ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਨੇ ਕੀਤਾ, 1.25 ਸਾਲ ਲੱਗਾ, ਫਿਰ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਏ। ਫਿਰ ਉਹਨਾਂ ਨੇ ਥਾਪੜਾ ਦੇ ਕੇ ਮਾਲਵੇ ਪ੍ਰਚਾਰ ਕਰਨ ਵਾਸਤੇ ਭੇਜਿਆ। ਤੇ ਵੱਡੇ ਵੱਡੇ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਵਰਗਿਆਂ ਨੂੰ ਵੀ ਐਡੇ ਵਿਦਵਾਨ ਸੀ ਉਹ। ਕਾਹਨ ਸਿੰਘ ਨਾਭਾ ਨੇ ਵੀ ਇਹ ਗੱਲ ਆਖੀ ਕਿ ਸੰਤ ਬਾਬਾ ਅਤਰ ਸਿੰਘ ਵਰਗਾ ਸੰਤ ਕੋਈ ਨਹੀਂ। ਮਾਸਟਰ ਤਾਰਾ ਸਿੰਘ ਵਰਗੇ SGPC ਦੇ ਜਿਹੜੇ ਮੁਖੀ ਲੋਕ ਸਨ, ਉਹਨਾਂ ਨੇ ਵੀ ਇਹ ਗੱਲ ਆਖੀ ਕਿ ਬਾਬਾ ਜੀ ਜੋ ਤੁਸੀਂ ਕਰ ਸਕਦੇ ਹੋ, ਅਸੀਂ ਸਾਰੇ ਰਲ ਜਾਈਏ ਸ਼੍ਰੋਮਣੀ ਕਮੇਟੀ ਵਾਲੇ, ਅਸੀਂ ਨਹੀਂ ਕਰ ਸਕਦੇ। ਸਾਡਾ ਇੰਨਾ ਪ੍ਰਭਾਵ ਨਹੀਂ ਜਿੰਨਾ ਤੁਹਾਡਾ ਪ੍ਰਭਾਵ ਹੈ, ਜਿੰਨਾ ਅਸਰ ਤੁਹਾਡਾ ਹੈ, ਕਿਉਂਕਿ ਅਭਿਆਸ ਕੀਤਾ। ਘਾਲਣਾ ਘਾਲੀ 1.25 ਲੱਖ ਜਪਜੀ ਸਾਹਿਬ ਦਾ ਪਾਠ ਹਜੂਰ ਸਾਹਿਬ ਦੀ ਧਰਤੀ ਤੇ ਬਹਿ ਕੇ ਕੀਤਾ। ਇਹ ਅਭਿਆਸ ਮਹਾਂਪੁਰਖ ਸੰਤ ਬਾਬਾ ਹਰਬੰਸ ਸਿੰਘ ਜੀ, ਜਦੋਂ ਮੈਂ ਦਿੱਲੀ ਪਿਛਲੀ ਵਾਰ ਆਇਆ ਦੀਵਾਨਾਂ 'ਚ ਹਾਜ਼ਰੀ ਭਰਨ ਵਾਸਤੇ, ਤੁਹਾਨੂੰ ਚੇਤਾ ਹੋਏਗਾ ਮੈਂ ਉਦੋਂ ਬੇਨਤੀ ਕੀਤੀ ਸੀ ਕਿ ਬਾਬਾ ਹਰਬੰਸ ਸਿੰਘ ਜੀ ਜਿਉਂਦੀ ਜਾਗਦੀ ਕਰਾਮਾਤ ਸਨ ਗੁਰੂ ਨਾਨਕ ਦੇ ਘਰ ਦੀ। ਹੁਣ ਤੇ ਸਰੀਰ 'ਚ ਨਹੀਂ ਰਹੇ, ਪਰ ਮੈਂ ਉਹਨਾਂ ਦੇ ਹੁੰਦਿਆਂ ਵੀ ਇਹ ਗੱਲ ਕਹਿੰਦਾ ਰਿਹਾ ਸਟੇਜ ਤੇ। ਲੋਕ ਆਂਦੇ ਨੇ ਕਰਾਮਾਤ ਵਿਖਾਓ, ਬਾਬਾ ਹਰਬੰਸ ਸਿੰਘ ਜੀ ਨੂੰ ਮੈਂ ਕਹਿੰਦਾ ਸੀ ਵੇਖੋ ਜਾ ਕੇ, ਜਿੰਨੇ ਬਾਬੇ ਨਾਨਕ ਦੇ ਘਰ ਦੀ ਕਰਾਮਾਤ ਵੇਖਣੀ ਹੈ ਉਹ ਜਿਉਂਦੀ ਜਾਗਦੀ ਕਰਾਮਾਤ ਹੀ ਤੇ ਹੈ। ਮੈਂ ਅਰਜ਼ ਕੀਤੀ ਹੈ, ਮਹਾਂਪੁਰਖ ਬਾਬਾ ਜਰਨੈਲ ਸਿੰਘ ਸਾਹਿਬ ਜੀ ਸਨ, ਉਹ ਕਰਾਮਾਤ ਹੀ ਸਨ ਗੁਰੂ ਨਾਨਕ ਦੇ ਘਰ ਦੀ। ਕਰਾਮਾਤ ਉਹ ਕਿੱਦਾਂ ਕੋਈ ਬੰਦਾ, ਇੱਕ ਬੰਦਾ ਕੇਂਦਰ ਨਾਲ ਕਿੱਦਾਂ ਟੱਕਰ ਲੈ ਸਕਦਾ? ਪਤਾ ਹੈ ਕਿ ਐਸਾ ਸਮਾਂ ਆਏਗਾ, ਸ਼ਹੀਦੀਆਂ ਪਾਣੀਆਂ ਪੈਣਗੀਆਂ, ਪਰ ਐਡੀ ਦ੍ਰਿੜਤਾ ਆ ਜਾਣੀ ਹੈ, ਕਰਾਮਾਤ ਹੀ ਹੁੰਦੀ ਹੈ। ਆ ਕਰਾਮਾਤ ਨਹੀਂ, ਭਾਈ ਬਲਵੰਤ ਸਿੰਘ ਰਾਜੋਆਣਾ ਅੰਦਰ ਇੱਕ ਫਾਂਸੀ ਦੇ ਤਖਤੇ ਤੋਂ ਬੋਲਿਆ ਤੇ ਸਾਰੀ ਦੁਨੀਆ ਹਿੱਲ ਗਈ, ਇਹ ਕਰਾਮਾਤ ਹੀ ਹੈ ਗੁਰੂ ਨਾਨਕ ਦੇ ਘਰ ਦੀ। ਕੋਈ ਕਹਿੰਦਾ ਕਰਾਮਾਤ ਵਿਖਾਓ ਤੇ ਆਖੋ ਆ ਕਰਾਮਾਤ ਨਹੀਂ। ਤਰਲੇ ਪਿਆ ਕਰਦਾ ਮੈਨੂੰ ਫਾਂਸੀ ਚੜਾ ਦਿਓ, ਮੈਨੂੰ ਫਾਂਸੀ ਚੜਾ ਦਿਓ। ਹੈ ਕੋਈ ਏਦਾਂ ਦੀ ਦ੍ਰਿੜਤਾ ਵਾਲਾ ਅੱਜ?
ਸ੍ਰੀ ਅਕਾਲ। ਇਹ ਕਰਾਮਾਤ ਹੀ ਹੈ ਸਤਿਗੁਰ ਦੇ ਘਰ ਦੀ। ਅਸੀਂ ਕਹਿੰਦੇ ਆ ਐਦਾਂ ਹੋਇਆ, ਐਦਾਂ ਹੋਇਆ, ਐਦਾਂ ਹੋਇਆ। ਕਿੰਨੀਆਂ ਕੁਰਬਾਨੀਆਂ ਹੋਈਆਂ, ਬੰਦ ਬੰਦ ਕਟਾਏ, ਖੋਪਰ ਲੋਹਾਏ, ਚਰਖੜੀਆਂ ਤੇ ਚੜੇ, ਦੇਗਾਂ ਚ ਕੜੇ ਸਿੱਖ। ਭਾਈ ਪ੍ਰੋਫੈਸਰ ਜੋਧ ਸਿੰਘ ਨੇ ਕਿਹਾ ਸੀ ਨਨਕਾਣਾ ਸਾਹਿਬ ਦੇ ਸਾਕੇ ਵੇਲੇ, ਕਹਿੰਦਾ ਸੀ ਸਿੱਖਾਂ ਦੀਆਂ ਅਰਦਾਸਾਂ ਤੇ ਲੋਕ ਸ਼ੰਕੇ ਕਰਦੇ ਨੇ ਵੀ ਐਵੇਂ ਹੀ ਗੱਲਾਂ ਬਣਾਈਆਂ ਨੇ ਇਹਨਾਂ ਨੇ। ਲੈ ਬੰਦ ਬੰਦ ਕਟਾ ਸਕਦਾ ਕੋਈ, ਖੋਪਰ ਲੋਹਾ ਸਕਦਾ ਕੋਈ, ਚਰਖੜੀ ਤੇ ਚੜ ਸਕਦਾ ਕੋਈ, ਦੇਗਾਂ ਚ ਕੱਢ ਸਕਦਾ ਕੋਈ। ਕਹਿੰਦੇ ਇਹਨਾਂ ਨੇ ਐਵੇਂ ਹੀ ਗੱਲਾਂ ਬਣਾਈਆਂ ਹੋਈਆਂ ਨੇ ਸਿੱਖਾਂ ਨੇ, ਇਦਾਂ ਹੋਇਆ ਕੁਝ ਨਹੀਂ, ਐਵੇਂ ਹੀ ਹੈ। ਐਡੀ ਦ੍ਰਿੜਤਾ ਆ ਹੀ ਨਹੀਂ ਸਕਦੀ, ਬੰਦਾ ਇਦਾਂ ਕਿਵੇਂ ਕਰ ਸਕਦਾ। ਜਦੋਂ ਲਾਸ਼ਾਂ ਦਾ ਢੇਰ ਲੱਗ ਗਿਆ, ਲਾਂਬੂ ਲੱਗੇ ਨੇ ਲਾਣ, 125 26 ਖੋਪੜੀਆਂ ਤੇ 4 ਲਾਸ਼ਾਂ, 3-4 ਟੋਕਰੇ ਮਾਸ ਦੇ ਭਰ ਕੇ ਉਹਦੇ ਇੱਕ ਜਗ੍ਹਾ ਇਕੱਠੇ ਕੀਤੇ, ਲਾਂਬੂ ਲਾਣ ਲੱਗਿਆ। ਉਹਨਾਂ ਨੇ ਆਖਿਆ ਸਿੱਖਾਂ ਦੇ ਇਤਿਹਾਸ ਤੇ ਸ਼ੰਕਾ ਕਰਨ ਵਾਲਿਓ, ਸਿੱਖਾਂ ਦੀ ਅਰਦਾਸ ਤੇ ਸ਼ੰਕਾ ਕਰਨ ਵਾਲਿਓ, ਆਓ ਆ ਕੇ ਵੇਖੋ। ਕਹਿੰਦੇ ਉਹ ਇਹਨਾਂ ਨੇ ਐਵੇਂ ਗੱਲਾਂ ਬਣਾਈਆਂ ਨੇ, ਅਜੇ ਅਸੀਂ ਲਾਂਬੂ ਲਾਣਾ ਹੈ, ਆ ਕੇ ਵੇਖ ਲਓ। ਸਿੱਖ ਜੋ ਕਹਿੰਦੇ ਨੇ, ਕਹਿੰਦੇ ਹੀ ਨਹੀਂ ਕਰਕੇ ਵੀ ਵਿਖਾਉਂਦੇ। ਸਤਿ ਸ੍ਰੀ ਅਕਾਲ। ਕਰਕੇ ਵੀ ਵਿਖਾਉਂਦੇ ਨੇ, ਆ ਕੇ ਵੇਖੋ। ਤੇ ਅਸੀਂ ਇਹ ਗੱਲ ਅੱਜ ਮਾਣ ਨਾਲ ਕਹਿੰਦੇ ਆ ਵੀ ਭਾਈ ਬਲਵੰਤ ਸਿੰਘ ਨੂੰ ਵੇਖੋ, ਜੋ ਕਹਿੰਦੇ ਨੇ ਕਰਦੇ ਨੇ। ਕੋਈ ਡਰ ਨਹੀਂ, ਕੋਈ ਅਪੀਲ ਨਾ ਪਾਓ, ਮੈਨੂੰ ਕੋਈ ਲੋੜ ਨਹੀਂ। ਉਹ ਤੇ ਅੱਜ ਤੱਕ ਕਹਿੰਦੇ ਮੈਂ ਤੇ ਨਾਰਾਜ਼ ਆ, ਕਿਉਂ ਕਹਿੰਦੇ ਹੋ, ਮੈਨੂੰ ਜਾਣ ਦਿਓ, ਮੈਂ ਫਾਂਸੀ ਚੜਾਂਗਾ ਤੇ ਕੌਮ ਜਾਗੇਗੀ। ਸ਼ਹੀਦਾਂ ਦਾ ਖੂਨ ਰੰਗ ਲਿਆਉਂਦਾ ਹੈ, ਕੌਮ ਜਾਗਦੀ ਹੈ। ਇਸ ਕਰਕੇ ਇਹ ਇਬਾਦਤਾਂ ਵਾਲੇ ਗੁਰੂ ਦੇ ਪਿਆਰੇ ਨੇ। ਹੁਣ ਇਹ ਜਿਹੜੇ ਗੱਲਾਂ ਕਰਦੇ ਨੇ, ਭਾਈ ਬਲਵੰਤ ਸਿੰਘ ਨੂੰ ਪੁੱਛ ਲਓ ਕਿੰਨੇ ਪਾਠ ਜਪਜੀ ਸਾਹਿਬ ਦੇ ਕਰਦਾ ਹੈ, ਇਹ ਦ੍ਰਿੜਤਾ ਆਈ ਕਿੱਥੋਂ? ਤੇ ਉਹਦਾ ਜਵਾਬ ਤੁਹਾਨੂੰ ਇਹ ਹੋਏਗਾ ਕਿ ਮੈਂ ਇੰਨੇ ਪਾਠ ਜਪਜੀ ਸਾਹਿਬ ਦੇ ਕਰਨਾ, ਇੰਨੇ ਚੌਪਈ ਸਾਹਿਬ ਦੇ ਕਰਨਾ। ਬਾਣੀ ਚੋਂ ਆਉਂਦਾ ਸਾਰਾ ਕੁਝ। ਜਿਹੜੇ ਬੰਦੇ ਲੇਖ ਲਿਖਣ ਵਾਲੇ ਨੇ ਨਾ, ਜਿਨ੍ਹਾਂ ਦੇ ਲੇਖ ਪੜ੍ਹ ਕੇ ਸਾਡੀ ਮੱਤ ਮਾਰੀ ਜਾਂਦੀ ਹੈ, ਉਹਨਾਂ ਨੇ ਤੇ ਮੁਰਗੇ ਦੀ ਟੰਗ ਰੱਖੀ ਹੁੰਦੀ ਹੈ ਸਾਹਮਣੇ, ਨਾਲੇ ਉਹ ਮੂੰਹ ਚ ਪਾ ਲੈਂਦੇ, ਨਾਲੇ ਲਿਖ ਲੈਂਦੇ ਨੇ। ਅਸੀਂ ਬੈਠੇ ਉਹਨਾਂ ਦਾ ਪ੍ਰਭਾਵ ਕਬੂਲ ਲੈਨੇ ਆ। ਅਸੀਂ ਬੈਠੇ ਪੜ੍ਹ ਕੇ ਨਾ ਲੇਖ, ਅਸੀਂ ਕਹਿੰਦੇ ਆ ਬੱਲੇ ਬੱਲੇ ਆ, ਅਸੀਂ ਛੱਡ ਦਿਓ ਜੀ, ਸਾਨੂੰ ਕੀ ਲੋੜ ਆ ਕਰਨ ਦੀ। ਪਰ ਇਹ ਜ਼ਰੂਰ ਵੇਖੋ ਕਿ ਜਿਨ੍ਹਾਂ ਨੂੰ ਪੜ੍ਹਦੇ ਪਏ ਹੋ ਨਾ, ਜਿਨ੍ਹਾਂ ਨੂੰ ਸੁਣਦੇ ਪਏ ਹੋ, ਉਹਨਾਂ ਨੂੰ ਵੇਖ ਲਓ ਉਹਨਾਂ ਦਾ ਜੀਵਨ ਕਿੱਦਾਂ। ਉਹਨਾਂ ਦੀ ਸੁਣੋ ਜਿਨ੍ਹਾਂ ਲੇਖੇ ਲਾ ਦਿੱਤੀ ਹੈ ਜ਼ਿੰਦੜੀ, ਲਾ ਦਿੱਤੀ ਜ਼ਿੰਦੜੀ ਜਿਨ੍ਹਾਂ ਲੇਖੇ, ਉਹਨਾਂ ਨੂੰ ਵੇਖੋ, ਜੀਵਨ ਉਹਨਾਂ ਦਾ ਵੇਖੀਦਾ। ਕਿੰਨਾਂ ਨੂੰ ਅਸੀਂ ਕਿੰਨਾਂ ਦੇ ਪਿੱਛੇ ਲੱਗਣਾ ਹੈ, ਇਹ ਜ਼ਰੂਰ ਧਿਆਨ ਚ ਰੱਖੋ ਪਿਆਰੇ। ਅਸੀਂ ਕਿੰਨਾਂ ਦੇ ਪਿੱਛੇ ਲੱਗ ਰਹੇ ਹਾਂ, ਉਹਨਾਂ ਦਾ ਜੀਵਨ ਪਹਿਲਾਂ ਵੇਖਣਾ ਬੜਾ ਲਾਜ਼ਮੀ। ਇਸ ਕਰਕੇ ਬੜੀ ਬੜੀ ਬੰਦਗੀ ਵਾਲੇ ਗੁਰੂ ਦੇ ਪਿਆਰੇ, ਜਿਨ੍ਹਾਂ ਨੇ ਬਹੁਤ ਘਾਲਣਾ ਆਪਣੀ ਜ਼ਿੰਦਗੀ ਵਿੱਚ ਘਾਲੀ, ਬਹੁਤ ਮਿਹਨਤਾਂ ਕੀਤੀਆਂ, ਇਬਾਦਤਾਂ ਵਾਲੇ, ਉਹਨਾਂ ਦੇ ਅੰਦਰ ਹੀ ਇਦਾਂ ਦੇ ਜਜ਼ਬੇ, ਸ਼ਹੀਦ ਹੋਣ ਦੇ, ਆਪਾਂ ਕੁਰਬਾਨ ਕਰਨ ਦੇ ਜਜ਼ਬੇ ਉਹਨਾਂ ਦੇ ਅੰਦਰ ਹੀ ਆਉਂਦੇ ਨੇ। ਇਸ ਕਰਕੇ ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਸ਼ਹੀਦਾਂ ਦਾ ਖੂਨ ਡੁੱਲਦਾ ਜਦੋਂ, ਫਿਰ ਤਕਦੀਰ ਕੌਮ ਦੀ ਬਦਲਦੀ। ਅਸੀਂ ਤੇ ਆਪਣੀ ਤਕਦੀਰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਨਾ ਹਮੇਸ਼ਾ। ਸਾਡੀ ਤਕਦੀਰ ਬਦਲੇ, ਸਾਡੀ ਸੋਹਣੀ ਤਸਵੀਰ ਬਣੇ, ਸਾਡੀ ਸੋਹਣੀ ਤਕਦੀਰ ਬਣੇ। ਅਸੀਂ ਜ਼ੋਰ ਲਾ ਲਈਏ, ਹੁੰਦਾ ਸਾਥੋਂ ਕੁਝ ਨਹੀਂ ਬਣਾ ਸਕਦੇ, ਅਸੀਂ ਸਭ ਫੇਲ ਹੋ ਜਾਂਦੇ ਹਾਂ। ਪਰ ਸ਼ਹੀਦ ਜਿਹੜਾ ਆਪਾਂ ਕੁਰਬਾਨ ਕਰਨ ਵਾਲਾ, ਦ੍ਰਿੜਤਾ ਵਾਲਾ, ਅੰਦਰੋਂ ਜੁੜਿਆ, ਉਹ ਜਦੋਂ ਸ਼ਹੀਦ ਹੁੰਦਾ ਫਿਰ ਕੌਮ ਦੀ ਤਕਦੀਰ ਬਦਲ ਦਿੰਦਾ, ਇਤਿਹਾਸ ਹੀ ਬਦਲ ਜਾਂਦਾ ਹੈ। ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਜਦ ਡੁੱਲਦਾ
ਤਕਦੀਰ ਬਦਲਦੀ ਕੌਮਾਂ ਦੀ। ਜਦ ਡੁੱਲਦਾ ਖੂਨ ਸ਼ਹੀਦਾਂ ਦਾ ਬੋਲੋ। ਤਕਦੀਰ ਬਦਲਦੀ ਕੌਮਾਂ ਦੀ। ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਰੰਬੀਆਂ ਨਾਲ ਖੋਪਰ ਲੈ ਜਾਂਦੇ, ਰੰਬੀਆਂ ਨਾਲ ਖੋਪਰ ਲੈ ਜਾਂਦੇ, ਰੰਬੀਆਂ ਨਾਲ ਨਾਲ ਕੋਪਰ ਲੈ ਜਾਂਦੇ, ਰੰਬੀਆਂ ਨਾਲ ਕੋਪਰ ਲੈ ਜਾਂਦੇ। ਤਸਵੀਰ ਬਦਲਦੀ, ਤਸਵੀਰ ਬਦਲਦੀ ਕੌਮਾਂ ਦੀ, ਤਸਵੀਰ ਬਦਲਦੀ ਕੌਮਾਂ ਦੀ। ਤਸਵੀਰ ਬਦਲਦੀ ਕੌਮਾਂ ਦੀ, ਤਸਵੀਰ ਬਦਲਦੀ ਕੌਮਾਂ ਦੀ। ਤਸਵੀਰ ਬਦਲਦੀ ਕੌਮਾਂ ਦੀ, ਤਸਵੀਰ ਬਦਲਦੀ ਕੌਮਾਂ ਦੀ। ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। 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 ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਰੰਬੀਆਂ ਨਾਲ ਖੋਪਰ ਲੈਂਦੇ ਨੇ, ਤਸਵੀਰ ਬਦਲਦੀ ਕੌਮ। ਜਦੋਂ ਇਹਨਾਂ ਦੇ ਗੁਰੂ ਦੇ ਪਿਆਰੇ ਆਪਾਂ ਕੁਰਬਾਨ ਕਰਨ ਵਾਲੇ ਕੌਮ ਵਿੱਚ ਪ੍ਰਗਟ ਹੁੰਦੇ ਨੇ ਤੇ ਕੌਮ ਦੀ ਤਸਵੀਰ ਹੀ ਬਦਲ ਜਾਂਦੀ ਹੈ। ਦੁਨੀਆ ਸਾਹਮਣੇ ਤਸਵੀਰ ਹੀ ਵੱਖਰੀ ਆ ਜਾਂਦੀ। ਪਰ ਸਿੱਖ ਕੌਮ ਨੇ ਜਿੰਨੀ ਤਸਵੀਰਾਂ ਜਿੰਨੀਆਂ ਬਣਾਈਆਂ ਦੁਨੀਆ ਸਾਹਮਣੇ ਜੋ ਯਤਨ ਕੀਤਾ ਹੈ ਉਹਦੇ ਵਿੱਚ ਤੇ ਕਮੀ ਕੋਈ ਨਹੀਂ। ਪਰ ਜੋ ਤਸਵੀਰ ਲੋਕ ਬਣਾ ਦਿੰਦੇ ਨੇ ਸਿੱਖਾਂ ਦੀ ਉਹ ਕੋਈ ਹੋਰ ਹੀ ਹੈ। ਜੋ ਬਣਾਈ ਜਾਂਦੀ ਹੈ ਉਸ ਲਈ ਤਸਵੀਰ ਨਹੀਂ ਹੈ। ਕਿੰਨੀਆਂ ਕੁਰਬਾਨੀਆਂ ਗੁਰੂ ਦੇ ਪਿਆਰੇ ਗੁਰਸਿੱਖਾਂ ਨੇ ਕੀਤੀਆਂ। 121 ਨੇ ਜਦੋਂ ਭਾਰਤ ਆਜ਼ਾਦ ਹੋਇਆ 121 ਨੂੰ ਫਾਂਸੀ ਚਾੜਿਆ ਗਿਆ, ਜਿਹਦੇ ਚੋਂ 94 ਸਿੱਖ ਸਨ। 94 ਸਿੱਖ ਹੀ ਸਨ। ਕੋਈ ਵੀ ਜੰਗ ਹੋਈ ਹੈ ਜਿਹਦੇ ਵਿੱਚ ਵੀ ਭਾਰਤ ਦੀ ਜਿੱਤ ਹੋਈ ਹੈ ਉਹਦੇ ਚ 50% ਤੋਂ ਵੱਧ ਅੱਗੇ ਸਿੱਖ ਹੀ ਹੁੰਦੇ। ਹਮੇਸ਼ਾ ਆਰਮੀ ਕਿਤੇ ਵੀ ਜਿੱਤੀ ਹੈ ਸਭ ਤੋਂ ਵੱਧ ਪੰਜਾਬ ਵਿੱਚ ਲਾਸ਼ਾਂ ਜਾਂਦੀਆਂ। ਸ਼ਹੀਦ ਸਭ ਤੋਂ ਵੱਧ ਪੰਜਾਬੀ ਬੱਚੇ। ਹਮੇਸ਼ਾ ਇਹ ਜਜ਼ਬਾ ਔਰ ਇਹ ਸਾਰਾ ਕੁਝ ਇਬਾਦਤ ਕਰਕੇ ਬੰਦਗੀ ਕਰਕੇ ਹੈ। ਬੰਦਗੀ ਬਿਨਾਂ ਨਹੀਂ ਗੱਲ ਬਣ ਸਕਦੀ। ਜਿੰਨੇ ਵੀ ਯੋਧੇ ਸੂਰਮੇ ਅੱਜ ਤੱਕ ਹੋਏ ਨੇ ਸਭ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ। ਉਹ ਘਾਲਣਾ ਘਾਲਣ ਵਾਲੇ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਹੈ ਸੋ ਕਹੀਅਤ ਹੈ ਸੂਰਾ। ਨਾਮ ਦਾ ਰੰਗ ਜਿਨ੍ਹਾਂ ਨੂੰ ਚੜਿਆ ਹੁੰਦਾ ਹੈ ਅਸਲੀ ਸੂਰਮੇ, ਅਸਲ ਵਿੱਚ ਉਹੀ ਗੁਰੂ ਦੇ ਪਿਆਰੇ ਅਸਲੀ ਸੂਰਮੇ। ਇਸੇ ਕਰਕੇ ਮੈਂ ਬੇਨਤੀ ਜੋ ਕਰ ਰਿਹਾ ਕਿ ਬੰਦਗੀ ਬੜੀ ਜ਼ਰੂਰੀ ਹੈ। ਉਹਦੇ ਲਈ ਨਾਮ ਅਭਿਆਸ ਗੁਰਮੰਤਰ ਦਾ ਆਪਾਂ ਕਰਨੇ ਆ, ਪਰ ਉਹਦੇ ਲਈ ਵੱਧ ਤੋਂ ਵੱਧ ਮੂਲ ਮੰਤਰ ਦਾ ਸਿਮਰਨ ਕਰਨਾ। ਜੇ ਅਭਿਆਸ ਸ਼ੁਰੂ ਕਰਨਾ ਹੈ ਮੂਲ ਮੰਤਰ ਵੀ ਨਾਲ ਨਾਲ ਕਰੋ। ਕਈ ਲੱਖ ਸਵਾ ਲੱਖ ਪਾਠ ਮੂਲ ਮੰਤਰ ਦਾ ਕਰਕੇ ਫਿਰ ਗੁਰਮੰਤਰ ਸ਼ੁਰੂ ਕਰਦੇ ਨੇ ਵੀ ਮਹਾਰਾਜ ਮੈਂ ਅਭਿਆਸ ਸ਼ੁਰੂ ਕਰਨਾ ਹੈ, ਮੈਂ ਸਵਾ ਲੱਖ ਮੂਲ ਮੰਤਰ ਕਰਾਂ, ਮੇਰੇ ਤੇ ਮਿਹਰ ਕਰੋ ਵੀ ਮੈਂ ਗੁਰਮੰਤਰ ਵੱਲ ਵਧਾਂ, ਸੱਚੇ ਪਾਤਸ਼ਾਹ ਮਿਹਰ ਕਰੋ, ਇਹ ਬਖਸ਼ਿਸ਼ ਕਰੋ। ਜਾਂ ਮੈਂ ਇੰਨੇ ਜਪਜੀ ਸਾਹਿਬ ਦੇ ਪਾਠ ਕਰਾਂ ਪਹਿਲਾਂ, ਫਿਰ ਮੈਂ ਬੇਨਤੀ ਕਰਕੇ ਵੀ ਗਰੀਬ ਨਵਾਜ ਹੁਣ ਮੈਂ ਗੁਰਮੰਤਰ ਸਿਮਰਨ ਸ਼ੁਰੂ ਕਰਾਂ। ਦਿਨੇ ਬਾਣੀ ਦਾ ਨੇਮ ਕਰਦੇ ਰਹਿਣਾ, ਅੰਮ੍ਰਿਤ ਵੇਲੇ ਅਭਿਆਸ ਗੁਰਮੰਤਰ ਦਾ ਹੀ ਕਰਨਾ। ਜਦੋਂ ਅਸੀਂ ਚੌਂਕੜਾ ਮਾਰ ਕੇ ਬਹਿ ਕੇ ਕਰਨਾ ਹੈ ਨਾ ਜਿਹੜਾ ਸਿਮਰਨ, ਉਹ ਅਭਿਆਸ ਜਿਹੜਾ ਕਰਨਾ ਉਹ ਵਾਹਿਗੁਰੂ ਮੰਤਰ ਦਾ ਹੀ ਕਰਨਾ, ਗੁਰਮੰਤਰ ਦਾ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਅਭਿਆਸ ਕਰਦਿਆਂ ਕਰਦੇ ਹੀ ਫਿਰ ਹੌਲੀ ਹੌਲੀ ਬਖਸ਼ਿਸ਼ ਹੁੰਦੀ, ਬੰਦਗੀ ਨਾਲ ਹੀ ਅਸਲ ਗੱਲ ਬਣਦੀ। ਤੇ ਸੱਚੇ ਪਾਤਸ਼ਾਹ ਦੀ ਖੁਸ਼ੀ ਵੀ ਇਸੇ ਉੱਤੇ ਹੀ। ਇਬਾਦਤਾਂ ਵਾਲਿਆਂ ਨੇ ਬੰਦਗੀ ਵਾਲਿਆਂ ਨੇ ਸੱਚੇ ਪਾਤਸ਼ਾਹ ਜੀ ਨੂੰ ਐਸੀ ਖਿੱਚ ਪਾਈ। ਇਤਿਹਾਸ ਪੜ੍ਹਨੇ ਕਸ਼ਮੀਰ ਤੋਂ
सेवादास धन गुरु हरगोबिंद साहब जी के चरणों च आया। भाई सेवादास श्रीनगर तो वो आया। उन्हां वेलियां दे विच पगडंडियां सन, अजकल वांगू रोड वगैरह नहीं सन बने, रस्ते बड़े कठिन सन। चलदा 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 अमृतसर साहब की धरती ते मीरी पीरी दे मालिक सतगुरु धन गुरु हरगोबिंद साहब जी दे दर्शन करन आया। आया ते अपने कब सी, पर कोई पिछला पूर्वला कर्म सी जिहदे करके सतगुरु दे चरनां च आ गया। पूर्व कर्म अंकुर जा प्रगटे भेट्यो पुरख रस बैरागी, मिट्यो अंधेर मिलत हर नानक जन्म जन्म की सोई जागी। जन्मां जन्मां दी सुती होई किस्मत जाग पैंदी है, फिर बहाना बन जाता। खिच पई सुनिया किसे तो ते फिर धन गुरु हरगोबिंद साहब जी के चरणों में अमृतसर साहब की धरती ते आ गए। सतगुरु दे दीदार कीते। 7 फुट के नेड़े महाराज साहब जी का कद सी। भाई की डरोली साईं दास जी दे असीं नगर गए, दीवान सन पिछे जे, उत्थे सतगुरु जी दे बस्तर वेखे। आम जेड़ी साडी आपां बस्तर पाने आ ना, कोई 22 इंच कोई 23 इंच बांह हुंदी, 22 इंच 23, कोई बहुत ही लंबा होएगा तो 24-25 इंच तो ज्यादा नहीं कदे। पर सतगुरु जी का जिहड़ा बस्तर है ना, चोला उत्थे पिया, ओदी बांह दी लंबाई 42 इंच लंबाई, 42 इंच। ये तो हिसाब लाओ भी आम बंदा 22-23 इंच तक बांह लंबी हुंदी है, 42 इंच उन्हां दे चोले दी बांह दी लंबाई। उस हिसाब नाल ही वो चोला वेख के हैरान हो जाता बंदा भी अपने वर्गे ते 5-6 वड़ जाण ओहदे च। ऐडा तगड़ा महाराज सच्चे पातशाह, ऐडा शरीर सी उन्हां। सेवादास ने धन गुरु हरगोबिंद साहब मीरी पीरी दे मालिक दे दर्शन कीते। 5 प्याले 5 पीर, छठम पीर बैठा गुर भारी, अर्जन काया पलट के मूरत हर गोविंद सवारी। चली पीढ़ी सोडियां रूप दिखावन वारो वारी। भाई गुरदास जी कहते सोडी कुल नूं भाग लगने सन, रूप दिखाउंदे ने वारो वारी। चली पीढ़ी सोडियां, चली पीढ़ी सोडियां रूप दिखावन वारो वारी। दल भंजन गुर सूरमा वड जोधा बहु पार उपकारी। पुछन सिख अरदास कर 6 महलां तक दर्शन हारी। अगम अगोचर सतगुरु बोले मुख ते सुनो संसारी। कल जुग पीढ़ी सोडियां निश्चल नीम उसार खिलारी। जुग जुग सतगुर धरे अवतारी। 10 रूपां च आए अजिते रंधावे ने बेनती की, महाराज ऐदां ही मेहर करते रहोगे। गुरु नानक साहब सच्चे पातशाह इदां ही बख्शिश करोगे। महाराज कहन लगे 10 रूपां विच शरीर धार के आवांगा, गुरु रूप ते 72 जामे साधुआं दे रूप च आवांगा। अजिते रंधावे नूं बचन कीता, इदां ही लिखिया 10 जामे धारांगे गुरु रूप विच, 72 जामे असीं साधुआं दे रूप विच भी आवांगे। ते महाराज सच्चे पातशाह तुहानूं पछाणांगे किवें, लभांगे किवें? महाराज कहंदे अगे किहड़ा तुसीं लभ्या है, पहलां भी मैं ही लभ्या, अगे भी लभ लिया करांगा। मन खलो जाया करेगा आपे ही। इस करके 6वें पातशाह दे जदों दर्शन कीते गुरु हरगोबिंद साहब मीरी पीरी दे मालिक दे, होवे सिफत खसमदी नूर अरसों कुरसों चटिए। तुद डिठे सच्चे पातशाह मल जन्म जन्म दी कटिए। मैं बेनती करना हूं अगे भी, तैसो ही मैं डीठ, तैसो ही मैं डीठ, तैसो ही मैं डीठ, तैसो ही मैं
ਸਤਿਗੁਰ ਸੁਣੀਦਾ, ਜੈਸਾ ਸਤਿਗੁਰ ਸੁਣੀਦਾ, ਜੈਸਾ ਸਤਿਗੁਰ ਸੁਣੀਦਾ, ਜੈਸਾ ਸਤਿਗੁਰ ਸੁਣੀਦਾ, ਜੈਸਾ ਸਤਿਗੁਰ ਸੁਣੀਦਾ, ਹੋ ਜੈਸਾ ਸਤਿਗੁਰ ਸੁਣੀਦਾ, ਜੈਸਾ ਸਤਿਗੁਰ ਸੁਣੀਦਾ, ਜੈਸਾ ਸਤਿਗੁਰ ਸੁਣੀਦਾ, ਜੈਸਾ ਸਤਿਗੁਰ ਸੁਣੀਦਾ, ਆਤੇ ਸੋਹੀ ਮੈਂ ਨੀਠ, ਤੈ ਸੋਹੀ ਮੈਂ ਨੀਠ, ਤੈ ਸੋਹੀ ਮੈਂ ਨੀਠ, ਐਸੋ ਹੀ ਮੈਂ ਢੀਠ, ਐਸੋ ਹੀ ਮੈਂ ਢੀਠ, ਐਸੋ ਹੀ ਮੈਂ ਢੀਠ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਵਸੀਠ, ਹਰ ਨਾਮੋ ਮੰਤਰ ਦਰੜਾਏਂਦਾ ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਕਹਿੰਦਾ ਮਹਾਰਾਜ ਸਿੱਖੀ ਬਖਸ਼ੋ। ਧੰਨ ਗੁਰੂ ਹਰਗੋਬਿੰਦ ਸਾਹਿਬ ਆਖਣ ਲੱਗੇ, ਆਇਆ ਕਿੱਥੋਂ ਹੈ ਮਹਾਰਾਜ? ਸ਼੍ਰੀਨਗਰ ਤੋਂ, ਕਸ਼ਮੀਰ ਤੋਂ ਆਇਆ ਚੱਲ ਕੇ, ਬੜੀ ਦੂਰੋਂ ਆਇਆ। ਪਹਿਲੀ ਵਾਰ ਆਇਆ ਜੀ ਮਹਾਰਾਜ, ਪਹਿਲੀ ਵਾਰ ਦਰਸ਼ਨ ਕੀਤੇ। ਕਈ ਦਿਨ ਹੋ ਗਏ ਇੱਥੇ ਰਹਿ ਕੇ ਵੇਖਿਆ, ਬੜਾ ਆਨੰਦ ਆਇਆ। ਅੱਖੀਂ ਵੇਖਿਆ ਸਾਰਾ ਕੁਝ ਪ੍ਰੈਕਟੀਕਲੀ, ਸੱਚੇ ਪਾਤਸ਼ਾਹ ਦਾ ਜੀਵਨ, ਸਿੱਖਾਂ ਦਾ, ਗੁਰੂ ਸਿੱਖਾਂ ਦਾ। ਮੈਂ ਬੇਨਤੀ ਇੱਕ ਬਹੁਤ ਵਾਰ ਕਰਦਾ, ਪਿੱਛੇ ਲੱਗੋ, ਵੇਖ ਕੇ ਲੱਗੋ, ਨਿੰਦਿਆ ਕਰੋ, ਅੱਖੀਂ ਵੇਖ ਲਓ। ਸੁਣ ਸੁਣਾ ਕੇ ਸੋਭਾ ਨਾ ਕਰੋ, ਤੇ ਸੁਣ ਸੁਣਾ ਕੇ ਵਿਰੋਧ ਨਾ ਬੋਲੋ। ਸਾਡਾ ਸੁਭਾਅ, ਅੱਖਾਂ ਅਸੀਂ ਬੰਦ ਕੀਤੀਆਂ ਹੋਈਆਂ ਨੇ, ਕੰਨਾਂ ਨਾਲ ਸੁਣਨੇ ਆ ਤੇ ਬੱਲੇ ਬੱਲੇ ਜੀ ਬੜੀ ਸੋਭਾ, ਤੇ ਜੇ ਨਿੰਦਿਆ ਕਰਨ ਲੱਗਨੇ ਆ ਤਾਂ ਵੀ ਕੰਨਾਂ ਨਾਲ ਸੁਣੀ ਜਾਂਦੇ ਆ, ਜੀਭ ਤੋਂ ਬੋਲੀ ਜਾਂਦੇ ਆ, ਵੇਖਦੇ ਉਦੋਂ ਵੀ ਨਹੀਂ। ਪਿੱਛੇ ਲੱਗੋ, ਵੇਖ ਕੇ ਲੱਗੋ, ਵਿਰੁੱਧ ਬੋਲੋ ਤਾਂ ਵੀ ਵੇਖ ਕੇ ਬੋਲੋ, ਐਦਾਂ ਹੀ ਨਹੀਂ। ਕਈ ਦਿਨ ਰਹਿ ਲਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੇਖਿਆ, ਗੁਰਸਿੱਖਾਂ ਨੂੰ ਵੇਖਿਆ, ਬੜਾ ਪ੍ਰਭਾਵਿਤ ਹੋਇਆ ਮਨ ਦੀਦਾਰ ਕਰਕੇ। ਬੜੇ ਬੜੇ ਬੰਦਗੀ ਵਾਲੇ ਗੁਰੂ ਦੇ ਸਿੱਖ ਸਨ। ਸਤਿਗੁਰਾਂ ਦੇ ਵੇਲੇ ਦੀ ਗੱਲ ਛੱਡੋ, ਅੱਜ ਤੋਂ 30-40 ਸਾਲ ਪਹਿਲਾਂ ਜਿਹੜੇ ਵੀ ਮਹਾਂਪੁਰਖਾਂ ਕੋਲ ਸੇਵਕ ਜਾਂਦੇ ਹੁੰਦੇ ਸੀ ਕਿਤੇ ਵੀ, ਚਾਹੇ ਕੋਈ ਰਾੜਾ ਸਾਹਿਬ ਜਾਏ, ਚਾਹੇ ਕੋਈ ਭਿੰਡਰਾਂ ਜਾਂਦਾ ਸੀ ਮਹਾਂਪੁਰਸ਼ਾਂ ਕੋਲ, ਤੇ ਚਾਹੇ ਕੋਈ ਨਾਨਕਸਰ ਜਾਂਦਾ ਸੀ, ਸੇਵਾ ਪੰਥੀਆਂ 'ਚ ਜਾਂਦਾ ਸੀ, ਉਹ ਇੱਕ ਦੂਜੇ ਨਾਲ ਹੀ ਗੱਲਾਂ ਹੀ ਇਦਾਂ ਦੀਆਂ ਕਰਦੇ ਸੀ। ਫਲਾਣਾ ਸਿਆ ਤੇਰਾ ਅਭਿਆਸ ਕਿੰਨਾ ਹੈ, ਤੇਰਾ ਸਿਮਰਨ ਕਿੰਨਾ, ਕਿੱਥੇ ਕੁ ਪਹੁੰਚਿਆ ਹੈ, ਇਦਾਂ ਦੀਆਂ ਗੱਲਾਂ ਹੁੰਦੀਆਂ ਸੀ। ਅੱਜ ਕੱਲ ਤੇ ਗੁਰਦੁਆਰਿਆਂ 'ਚ ਜਾਂਦੇ ਆ, ਤੇਰਾ ਕੀ ਬਣ ਗਿਆ ਹੈ, ਤੇਰਾ ਮਕਾਨ ਕਿੰਨੇ ਦਾ ਬਣ ਗਿਆ ਹੈ, ਤੈਨੂੰ ਕੀ ਕੁਝ ਮਿਲ ਗਿਆ ਹੈ, ਬਸ ਆਹੀ ਕੁਝ ਸੋਚ। ਅੱਜ ਸਮਾਂ ਬਦਲ ਗਿਆ ਬਹੁਤ। ਪਹਿਲਾਂ ਸ਼ੌਂਕ ਸੀ ਲੋਕਾਂ ਨੂੰ। ਰਾੜਾ ਸਾਹਿਬ ਦੀ ਧਰਤੀ ਤੇ 3 ਵਜੇ ਤੋਂ ਬਾਅਦ ਸੌਣ ਨਹੀਂ ਸੀ ਦਿੰਦੇ ਕਿਸੇ ਨੂੰ, ਭਾਵੇਂ ਕੋਈ ਜਿੰਨਾ ਮਰਜ਼ੀ ਥੱਕਿਆ ਹੋਇਆ ਜਾਂਦਾ ਸੀ, ਉੱਥੇ ਧੱਕੇ ਨਾਲ ਉਠਾ ਦਿੰਦੇ ਸੀ, ਪਾਣੀ ਪਾ ਦਿੰਦੇ ਸੀ ਸੇਵਾਦਾਰ, ਉੱਠੋ ਬਈ ਗੁਰਦੁਆਰੇ ਸੌਣ ਆਇਓ, ਉੱਠੋ। ਹੁਣ ਸੇਵਾਦਾਰਾਂ ਨੇ ਕੀ ਠਾਣਾ, ਉਹ ਤੇ ਆਪ ਹੀ ਸੁੱਤੇ ਰਹਿੰਦੇ। ਹੁਣ ਬਦਲ ਗਿਆ ਸਮਾਂ। ਪਹਿਲਾਂ ਸ਼ੌਂਕ ਸਨ, ਅਭਿਆਸ ਕਰਨਾ ਸਾਰੀ ਜ਼ਿੰਦਗੀ ਲਾ ਦਿੰਦੇ ਸੀ। ਕੁਝ ਤੇ ਸੀ, ਅਸੀਂ ਅੱਜ ਤੱਕ ਪੜ੍ਹਨੇ ਆਏ ਆ, ਕਹਿੰਦੇ ਰਾਜਿਆਂ ਨੇ ਰਾਜ ਛੱਡ ਦਿੱਤੇ, ਮਹਿਲ ਛੱਡ ਦਿੱਤੇ, ਰਾਣੀਆਂ ਛੱਡ ਦਿੱਤੀਆਂ, ਸਾਰਾ ਕੁਝ ਛੱਡ ਕੇ ਜੰਗਲਾਂ 'ਚ ਚਲੇ ਗਏ ਭਗਤੀ ਕਰਨ ਵਾਸਤੇ। ਕੁਝ ਤੇ ਹੋਣਾ ਜਿਹੜਾ ਘਰ-ਬਾਰ ਛੱਡ ਕੇ ਤੁਰਦੇ ਸੀ, ਕੋਈ ਗੱਲ ਤੇ ਸੀ, ਕੁਛ ਤੇ ਸੀ ਐਸਾ ਜਿਹਦੇ ਕਰਕੇ ਛੱਡ ਹੀ ਤੁਰਦੇ ਸੀ। ਬੜੇ ਬੜੇ ਨੇਮੀ ਬਾਬਾ ਮੀਹਾਂ ਸਿੰਘ ਸਨ ਸਿਆੜ ਵਾਲੇ, ਬਹੁਤ ਉਹਨਾਂ ਨੇ ਪ੍ਰਚਾਰ ਕੀਤਾ, ਵਿਦੇਸ਼ਾਂ 'ਚ ਬਹੁਤ ਸੰਗਤ ਨੂੰ ਜੋੜਿਆ।
12:30 ਵਜੇ ਤੋਂ 1 ਮਿੰਟ ਲੇਟ ਨਹੀਂ ਹੋਏ। 12:20 ਤੇ ਬਾਬਾ ਆਨੰਦ ਸਿੰਘ ਇਸ਼ਨਾਨ ਕਰਦੇ ਸੀ। 12:20 ਬਾਬਾ ਮੀਹਾ ਸਿੰਘ ਕਹਿੰਦੇ ਸੀ ਮੈਂ ਵੱਡਿਆਂ ਦੀ ਰੀਸ ਨਹੀਂ ਕਰਨੀ, 10 ਮਿੰਟ ਲੇਟ ਰੱਖਿਆ। 12:30 ਹੀ ਇਸ਼ਨਾਨ। ਜਹਾਜ਼ ਵਿੱਚ ਵੀ ਮੈਂ ਇਹ ਗੱਲ ਸੁਣੀ ਹੈ ਉਹਨਾਂ ਦੇ ਸੇਵਾਦਾਰਾਂ ਤੋਂ। ਪਹਿਲੀ ਗੱਲ ਤੇ ਇਹ, ਉਹਨਾਂ ਨੇ ਸਫ਼ਰ ਹੀ ਇਦਾਂ ਕਰਨਾ ਵੀ ਇੰਗਲੈਂਡ ਤੱਕ ਜਾਣਾ, ਉਦਾਂ ਦੀ ਫਲਾਈਟ ਲੈਣੀ, ਫਿਰ ਉੱਥੇ ਰਹਿ ਕੇ 2-4 ਦਿਨ ਫਿਰ ਅੱਗੇ ਜਾਣਾ, ਵੀ ਉਹ ਟਾਈਮ ਨਾ ਵਿੱਚ ਆ ਜਾਏ ਇਸ਼ਨਾਨ ਦਾ, ਉਹ ਸਮਾਂ ਵਿੱਚ ਨਾ ਆਵੇ। ਦੂਜੀ ਗੱਲ ਕਹਿੰਦੇ 1-2 ਵਾਰੀ ਫਲਾਈਟ ਵਿੱਚ ਸਨ ਤੇ ਇਸ਼ਨਾਨ ਦਾ ਟਾਈਮ ਹੋ ਗਿਆ, ਉਹਨਾਂ ਨੇ ਉੱਥੇ ਵੀ 5-4 ਬੋਤਲਾਂ ਪਾਣੀ ਦੀਆਂ ਲਿਆ ਕੇ ਉੱਥੇ ਜਹਾਜ਼ ਦੇ ਵਿੱਚ ਵੀ ਕਹਿੰਦੇ ਇਸ਼ਨਾਨ ਕੀਤਾ। ਗਿੱਲਾ ਕੱਪੜਾ ਕਰਕੇ ਸਾਰੇ ਸਰੀਰ ਤੇ, ਜਿੱਦਾਂ ਉਹਨਾਂ ਨੇ ਮਰਿਆਦਾ ਰੱਖੀ, ਪੂਰੀ ਪੱਕਾ ਨੇਮ ਰੱਖਿਆ। ਨੇਮ ਤੋਂ ਬਾਅਦ ਹੀ ਪ੍ਰੇਮ ਪੈਦਾ ਹੁੰਦਾ ਹੈ, ਤੇ ਜਦੋਂ ਪ੍ਰੇਮ ਬਣ ਜਾਏ ਫਿਰ ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨਹੀ। ਉਹਨਾਂ ਨੇ ਆਪਣੀ ਜ਼ਿੰਦਗੀ 'ਚ ਬਾਹਰ ਜਦੋਂ ਪ੍ਰਚਾਰ ਕਰਨ ਗਏ, ਗੁਰਦੁਆਰਿਆਂ 'ਚ ਕੁਰਸੀਆਂ ਸੀ, ਬਹੁਤ ਗੁਰਦੁਆਰਿਆਂ 'ਚ ਕੁਰਸੀਆਂ ਹੁਣ ਵੀ ਨੇ। ਵਿਦੇਸ਼ਾਂ ਦੇ ਵਿੱਚ 50% ਗੁਰਦੁਆਰੇ ਐਸੇ ਨੇ ਜਿਨ੍ਹਾਂ ਦੇ ਵਿੱਚ ਕੁਰਸੀਆਂ ਨੇ। ਲੰਗਰ 'ਚ ਥੱਲੇ ਬਹਿ ਕੇ ਲੋਕ ਲੰਗਰ ਨਹੀਂ ਛਕਦੇ, ਕੁਰਸੀਆਂ ਤੇ ਛਕਦੇ ਨੇ। ਅੱਧੇ ਗੁਰਦੁਆਰੇ ਇਦਾਂ ਦੇ ਨੇ ਜਿੱਥੇ ਮਰਿਆਦਾ ਪੂਰੀ ਹੈ, ਥੱਲੇ ਬੈਠ ਕੇ ਛਕਦੇ। ਹੁਣ ਵੇਖੋ 2-4-5 ਕੁਰਸੀਆਂ ਲੱਗੀਆਂ ਨੇ ਜਿਨ੍ਹਾਂ ਤੋਂ ਨਹੀਂ ਬੈਠਿਆ ਜਾਂਦਾ, ਤਕਲੀਫ ਹੈ ਕਿਸੇ ਨੂੰ ਗੋਡਿਆਂ ਦੀ ਜਾਂ ਕੋਈ ਹੋਰ, ਉਹ ਕੁਰਸੀ ਤੇ ਬੈਠ ਜਾਂਦਾ। ਚੰਗੇ ਭਲੇ ਵੀ ਕਈ ਉਹ ਕੁਰਸੀ ਤੇ ਹੀ ਬੈਠ ਕੇ ਲੰਗਰ ਛਕਦੇ ਨੇ, ਵੀ ਸੌਖਾ ਹੈ। ਮੈਂ ਕਈ ਵਾਰੀ ਜਾਂਦਾ, ਮੈਨੂੰ ਕਹਿਣਗੇ ਬਾਬਾ ਜੀ ਕੁਰਸੀ ਦਾ ਤੇ ਥੱਲੇ ਦਾ ਕੀ ਫਰਕ ਹੈ? ਅਸੀਂ ਉਹਨਾਂ ਗੁਰਦੁਆਰਿਆਂ 'ਚ ਕਦੇ ਕੀਰਤਨ ਨਹੀਂ ਕਰਦੇ ਜਿੱਥੇ ਲੰਗਰ 'ਚ ਕੁਰਸੀਆਂ ਹੋਣ, ਜਾਈਦਾ ਹੀ ਨਹੀਂ। ਮੈਨੂੰ ਕਹਿਣਗੇ ਤੁਸੀਂ ਕਿਉਂ ਨਹੀਂ ਜਾਂਦੇ? ਮੈਂ ਕਹਿੰਦਾ ਤੁਸੀਂ ਮਰਿਆਦਾ ਨਹੀਂ ਪੂਰੀ ਰੱਖਦੇ। ਕੁਰਸੀਆਂ ਤੇ ਬਹਿ ਕੇ ਲੰਗਰ ਛਕਦੇ ਹੋਏ ਕੋਈ ਪੈਲਸ ਥੋੜਾ ਹੈ, ਚੰਗਾ ਨਹੀਂ ਲੱਗਦਾ, ਅਸੀਂ ਨਹੀਂ ਜਾਣਾ। ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਵੀ ਹੈ, ਇਹ ਹੁਕਮਨਾਮਾ ਜਾਰੀ ਹੋਇਆ ਸੀ ਗੁਰਦੁਆਰਿਆਂ ਤੇ ਲੰਗਰਾਂ 'ਚੋਂ ਕੁਰਸੀਆਂ ਚੁੱਕਦੇ ਹੋ, ਜੇ ਲੰਗਰਾਂ 'ਚੋਂ ਕੁਰਸੀਆਂ ਨਹੀਂ ਚੁੱਕੋਗੇ ਤੇ ਇੱਥੇ ਕੋਈ ਰਾਗੀ ਕੋਈ ਕੀਰਤਨ ਕਰਨ ਨਾ ਜਾਵੇ, ਕਥਾਵਾਚਕ ਵੀ ਨਾ ਜਾਵੇ। ਇਹ ਅਕਾਲ ਤਖਤ ਸਾਹਿਬ ਦਾ ਆਦੇਸ਼। ਕਮੇਟੀਆਂ ਵਾਲਿਆਂ ਨੇ ਜਿਨ੍ਹਾਂ ਨੇ ਮੰਨ ਲਿਆ ਠੀਕ ਹੈ, ਜਿਨ੍ਹਾਂ ਨੇ ਨਹੀਂ ਮੰਨਿਆ ਉਹ ਅਜੇ ਤੱਕ ਵੀ ਕੁਰਸੀਆਂ ਰੱਖੀ ਬੈਠੇ। ਕੋਈ ਹੋਏਗਾ ਜਿਹੜਾ ਨਾ ਜਾਏ ਨੇ ਤੇ ਜਥੇ ਵੀ ਜਾਈ ਜਾਂਦੇ ਨੇ, ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਕੋਈ ਕੁਰਸੀ ਤੇ ਬੈਠਾ ਕਿ ਥੱਲੇ ਬੈਠਾ, ਠੀਕ। ਪਰ ਅਸੀਂ ਨਹੀਂ ਕਦੇ ਗਏ। ਮੈਨੂੰ ਪੁੱਛਣਗੇ ਕਈ ਕਿ ਸਾਡੇ ਗੁਰਦੁਆਰਾ ਹੈ ਜੀ, ਉੱਥੇ ਤੁਸੀਂ ਕੀਰਤਨ ਕਰਨ ਕਿਉਂ ਨਹੀਂ ਆਉਂਦੇ? ਤੁਹਾਨੂੰ ਬੁਲਾਉਂਦੇ ਨੇ। ਮੈਂ ਕਿਹਾ ਤੁਸੀਂ ਕੁਰਸੀਆਂ ਰੱਖੀਆਂ। ਉਹ ਕਹਿੰਦੇ ਨੇ ਕਿ ਕੁਰਸੀ ਦਾ ਮਤਲਬ ਕੀ ਹੈ? ਕੁਰਸੀਆਂ ਤੇ ਬਹਿਣਾ ਮਤਲਬ ਬਰਾਬਰ ਬਹਿਣਾ ਹੈ ਨਾ। ਪੰਗਤ ਵਿੱਚ ਬਹਿਣ ਦਾ ਤਾਂ ਮਤਲਬ ਇਹ ਹੈ ਵੀ ਬਰਾਬਰ ਬੈਠੋ, ਤੇ ਕੁਰਸੀਆਂ ਵੀ ਤੇ ਬਰਾਬਰ ਹੀ ਨੇ। ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਸਭ ਕੁਰਸੀਆਂ ਦੀ ਬੈਠੋ। ਕੋਈ ਗਰੀਬ, ਕੋਈ ਅਮੀਰ, ਕੋਈ ਛੋਟਾ, ਕੋਈ ਵੱਡਾ, ਬਰਾਬਰ ਹੀ ਤੇ ਹੈ। ਆਸਟ੍ਰੇਲੀਆ ਵਿੱਚ ਇੱਕ ਗੁਰਦੁਆਰਾ ਸੀ, ਉਹਨਾਂ ਨੇ ਦਰਬਾਰ ਦੇ ਵਿੱਚ ਕੁਰਸੀਆਂ ਲਾ ਲਈਆਂ ਸੀ ਤੇ ਸਤਿਗੁਰਾਂ ਨੂੰ ਹੋਰ ਤਾਂ ਲੈ ਕੇ ਛੱਤ ਦੇ ਨੇੜੇ ਕਹਿੰਦੇ ਮਹਾਰਾਜ ਤੇ ਉੱਚੇ ਚਾਹੀਦੇ ਨੇ, ਹੋਰ ਉੱਚੇ ਕਰ ਦਿਓ। ਸਾਰੀ ਸੰਗਤ ਕੁਰਸੀਆਂ ਤੇ, ਸਤਿਗੁਰੂ ਹੋਰ ਉੱਪਰ। ਮਾਡਰਨ ਬਣਾ ਲਿਆ ਨਾ ਦਰਬਾਰ, ਫਰਕ ਪੈ ਗਿਆ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹੁਣ, ਗੱਲ ਕੁਰਸੀਆਂ ਦੀ ਨਹੀਂ। ਦਿੱਤਾ ਤੇ ਅਸੀਂ ਘਰਾਂ ਵਿੱਚ ਵੀ ਸਤਿਗੁਰ ਦਾ ਹੀ ਛਕਨੇ ਆ, ਹੈ ਤੇ ਉਹ ਵੀ ਗੁਰੂ ਦਾ ਹੀ ਦਿੱਤਾ। ਸੰਗਤ ਵਿੱਚ ਉਥੇ ਪੰਗਤ ਵਿੱਚ ਬਹਿਣ ਦਾ ਮਤਲਬ ਕੀ ਹੈ? ਅਸੀਂ ਨੀਵੇਂ ਹੋ ਕੇ ਸਤਿਗੁਰ ਦੇ ਚਰਨਾਂ ਵਿੱਚ ਬਹਿੰਦੇ ਹਾਂ, ਕਿਉਂਕਿ ਇਸ ਦਰ ਦੇ ਭਿਖਾਰੀ ਹਾਂ। ਕੋਈ ਜਿੱਡਾ ਵੱਡਾ ਮਰਜੀ ਹੋਵੇ, ਉਹ ਸਤਿਗੁਰ ਦੇ ਦਰ ਦਾ ਮੰਗਤਾ ਹੈ। ਧਿਆਨ ਦਿਓ, ਸਤਿਗੁਰ ਦੇ ਦਰ ਦਾ ਮੰਗਤਾ ਹੈ। ਜਿਹੜੀ